ਗੁਰੂ ਨਾਨਕ ਸਾਹਿਬ ਜੀ ਦੇ ਵਿਚੋਲੇ ਕੌਣ ਸਨ? ਗੁਰੂ ਨਾਨਕ ਸਾਹਿਬ ਜੀ ਦਾ ਵਿਆਹ 24 ਸਤੰਬਰ 1487 ਜੀ ਨੂੰ ਮਾਤਾ ਸੁਲੱਖਣੀ ਜੀ ਨਾਲ ਹੋਇਆ, ਜੋ ਬਟਾਲੇ ਦੇ ਰਹਿਣ ਵਾਲੇ ਸਨ, ਅਤੇ ਆਪ ਜੀ ਦੇ ਪਿਤਾ ਜੀ ਦਾ ਨਾਮ ਮੂਲ ਚੰਦ ਸੀ, ਜੋ ਕਿੱਤੇ ਵਜੋਂ ਪਟਵਾਰੀ ਸਨ। ਗੁਰੂ ਨਾਨਕ ਸਾਹਿਬ ਦਾ ਰਿਸ਼ਤਾ ਉਹਨਾਂ ਦੇ ਭਣਵਈਏ ਜੈ ਰਾਮ ਜੀ ਨੇ ਕਰਵਾਇਆ ਸੀ, ਜੋ ਬੀਬੀ ਨਾਨਕੀ ਜੀ ਦੇ ਪਤੀ ਸਨ। ਜੈ ਰਾਮ ਜੀ ਸੁਲਤਾਨਪੁਰ ਲੋਧੀ ਵਿੱਚ ਦੌਲਤ ਖਾਨ ਲੋਧੀ ਕੋਲੋਂ ਨੌਕਰੀ ਕਰਦੇ ਸਨ, ਜਿਨ੍ਹਾਂ ਨੂੰ ਕੰਮ ਵਜੋਂ ਅਕਸਰ ਪਟਵਾਰੀਆਂ ਨੂੰ ਮਿਲਣਾ ਪੈਂਦਾ ਸੀ। ਮੂਲ ਚੰਦ ਜੀ ਪਿੰਡ ਪੱਖੋਕੇ ਦੇ ਵਿੱਚ ਨੌਕਰੀ ਕਰਦੇ ਸਨ, ਅਤੇ ਭਾਈ ਜੈ ਰਾਮ ਜੀ ਅਕਸਰ ਪਟਵਾਰ ਦੇ ਕੰਮ ਕਰਕੇ ਮੂਲ ਚੰਦ ਜੀ ਨੂੰ ਮਿਲਦੇ ਰਹਿੰਦੇ ਸਨ। ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਸ਼੍ਰੀ ਮਹਿਤਾ ਕਾਲੂ ਜੀ ਵੀ ਪਟਵਾਰੀ ਸਨ, ਇਸ ਲਈ ਭਾਈ ਜੈ ਰਾਮ ਜੀ ਨੇ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਰਿਸ਼ਤੇ ਦੀ ਗੱਲ ਚਲਾ ਕੇ ਉਹਨਾਂ ਦਾ ਵਿਆਹ ਕਰਵਾਇਆ ਸੀ। ਆਪਣੀ ਪਹਿਲੀ ਉਦਾਸੀ ਨੂੰ ਪੂਰਾ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਉੱਤਰਾਖੰਡ ਦੇ ਚੰਪਾਵਤ ਇਲਾਕੇ ਵਿੱਚ ਪਹੁੰਚੇ, ਜਿਸ ਨੂੰ ਉਸ ਸਮੇਂ ਰੀਠਿਆਂ ਦਾ ਜੰਗਲ ਵੀ ਕਿਹਾ ਜਾਂਦਾ ਸੀ। ਇਸ ਜਗ੍ਹਾ ਉੱਤੇ ਜੋਗੀ ਢੇਰਨਾਥ ਦਾ ਮੱਠ ਹੋਇਆ ਕਰਦਾ ਸੀ। ਰਿੱਧੀਆਂ ਸਿੱਧੀਆਂ ਹੋਣ ਕਰਕੇ ਉਸ ਦਾ ਇਲਾਕੇ ਵਿੱਚ ਕਾਫੀ ਦਬਦਬਾ ਸੀ। ਜਦੋਂ ਗੁਰੂ ਨਾਨਕ ਸਾਹਿਬ ਇਸ ਜਗ੍ਹਾ ਉੱਤੇ ਪਹੁੰਚੇ ਤਾਂ ਗੁਰੂ ਨਾਨਕ ਸਾਹਿਬ ਤੋਂ ਈਰਖਾ ਕਰਨ ਲੱਗਾ। ਭੁੱਖ ਲੱਗਣ ਤੇ ਜਦੋਂ ਭਾਈ ਮਰਦਾਨਾ ਜੀ ਨੇ ਕੁਝ ਖਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋਗੀ ਢੇਰਨਾਥ ਕੋਲੋਂ ਕੁਝ ਮੰਗ ਲਿਆ। ਜੋਗੀ ਢੇਰਨਾਥ ਨੂੰ ਟੀਚਰ ਕਰਦਾ ਹੈ, ਕਹਿਣ ਲੱਗਾ ਕਿ ਤੁਸੀਂ ਰੀਠਿਆਂ ਦੇ ਜੰਗਲ ਵਿੱਚ ਬੈਠੇ ਹੋ, ਜਿੰਨੇ ਮਰਜ਼ੀ ਰੀਠੇ ਖਾ ਲਓ। ਜਦੋਂ ਗੁਰੂ ਨਾਨਕ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਕਹਿਣ ਲੱਗੇ ਕਿ ਠੀਕ ਹੈ, ਜੇਕਰ ਜੋਗੀ ਇਹੀ ਚਾਹੁੰਦਾ ਹੈ ਤਾਂ ਅਸੀਂ ਰੀਠੇ ਹੀ ਖਾ ਲੈਂਦੇ ਹਾਂ। ਰੀਠੇ ਵੈਸੇ ਸਵਾਦ ਵਿੱਚ ਬਹੁਤ ਕੌੜੇ ਹੁੰਦੇ ਹਨ, ਪਰ ਗੁਰੂ ਨਾਨਕ ਸਾਹਿਬ ਨੇ ਜਿਸ ਰੁੱਖ ਦੇ ਰੀਠੇ ਖਾਧੇ ਉਹ ਕਾਫੀ ਮਿੱਠੇ ਸਨ। ਜਦੋਂ ਜੋਗੀ ਢੇਰਨਾਥ ਨੇ ਬਾਬਾ ਨਾਨਕ ਤੇ ਭਾਈ ਮਰਦਾਨਾ ਜੀ ਨੂੰ ਕੌੜੇ ਰੀਠਿਆਂ ਨੂੰ ਬੇਰਾਂ ਵਾਂਗ ਖਾਂਦੇ ਦੇਖਿਆ ਤਾਂ ਬਹੁਤ ਹੈਰਾਨ ਹੋਇਆ। ਉਸਨੇ ਜਾ ਕੇ ਇੱਕ ਰੀਠਾ ਆਪ ਚੱਖਿਆ ਜੋ ਬਹੁਤ ਮਿੱਠਾ ਸੀ। ਉਹ ਨਮੋਸ਼ੀ ਦਾ ਮਾਰਾ ਉੱਥੋਂ ਚਲਾ ਗਿਆ ਤੇ ਫਿਰ ਕਦੀ ਵਾਪਸ ਨਾ ਆਇਆ। ਅੱਜ ਇਸ ਜਗ੍ਹਾ ਉੱਤੇ ਗੁਰਦੁਆਰਾ ਰੀਠਾ ਸਾਹਿਬ ਬਣਿਆ ਹੋਇਆ ਹੈ। ਜਿਸ ਰੁੱਖ ਦੇ ਰੀਠੇ ਗੁਰੂ ਸਾਹਿਬ ਉਹਨਾਂ ਨੇ ਖਾਧੇ ਸੀ, ਉਹ ਰੁੱਖ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਤੇ ਜੇਠ ਹਾੜ ਦੇ ਮਹੀਨੇ ਵਿੱਚ ਉਸ ਰੁੱਖ ਨੂੰ ਅੱਜ ਵੀ ਮਿੱਠੇ ਰੀਠੇ ਲੱਗਦੇ ਹਨ। ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਨੂੰ ਪੂਰਾ ਕਰਦੇ ਹੋਏ ਦੀਪਾਲਪੁਰ ਤੋਂ ਤੁਲੰਗਾ ਪਿੰਡ ਵਿੱਚ ਪਹੁੰਚਦੇ ਹਨ, ਜਿੱਥੇ ਇੱਕ ਸੱਜਣ ਨਾਮ ਦਾ ਬੰਦਾ ਰਹਿੰਦਾ ਸੀ। ਸੱਜਣ ਨੇ ਮੁਸਾਫਰਾਂ ਦੇ ਰੁਕਣ ਲਈ ਇੱਕ ਸਰਾਂ ਬਣਾਈ ਹੋਈ ਸੀ। ਉਹ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਸੀ ਕਰਦਾ। ਹਿੰਦੂ ਮੁਸਲਮਾਨ ਸਭ ਨੂੰ ਬਰਾਬਰ ਜਾਣਦਾ ਸੀ। ਆਉਣ ਵਾਲੇ ਮੁਸਾਫਰ ਉਸ ਦੀ ਸਰਾਂ ਵਿੱਚ ਰੁਕਦੇ, ਭੋਜਨ ਪਾਣੀ ਛਕਦੇ ਅਤੇ ਰਾਤ ਨੂੰ ਆਰਾਮ ਕਰਿਆ ਕਰਦੇ ਸੀ। ਪਰ ਅਸਲ ਵਿੱਚ ਸੱਜਣ ਉਹਨਾਂ ਨੂੰ ਮਾਰ ਕੇ ਪਿੱਛੇ ਖੂਹ ਵਿੱਚ ਸੁੱਟ ਦਿੰਦਾ ਤੇ ਉਹਨਾਂ ਦਾ ਸਾਰਾ ਮਾਲ ਪਾਣੀ ਲੁੱਟ ਲੈਂਦਾ ਸੀ। ਗੁਰੂ ਨਾਨਕ ਸਾਹਿਬ ਦੇ ਚਿਹਰੇ ਤੇ ਨੂਰ ਦੇਖ ਕੇ ਉਹ ਗੁਰੂ ਨਾਨਕ ਸਾਹਿਬ ਨੂੰ ਵੀ ਹੀਰਿਆਂ ਦਾ ਵਪਾਰੀ ਸਮਝ ਲੈਂਦਾ ਹੈ ਅਤੇ ਆਪਣੀ ਸਰਾਂ ਵਿੱਚ ਰੁਕਣ ਲਈ ਗੁਜ਼ਾਰਿਸ਼ ਕਰਦਾ ਹੈ। ਆਪਣੀ ਆਦਤ ਅਨੁਸਾਰ ਜਦੋਂ ਸੱਜਣ ਠੱਗ ਰਾਤ ਨੂੰ ਗੁਰੂ ਨਾਨਕ ਸਾਹਿਬ ਨੂੰ ਮਾਰਨ ਵਾਸਤੇ ਉੱਠਦਾ ਹੈ ਤਾਂ ਉਹ ਦੇਖਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਕਮਰੇ 'ਚੋਂ ਸ਼ਬਦ ਗਾਇਨ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਸ਼ਬਦ ਸੁਣਨ ਵਾਸਤੇ ਰੁਕ ਜਾਂਦਾ ਹੈ। ਜਦੋਂ ਸ਼ਬਦ ਦੀ ਸਮਾਪਤੀ ਹੁੰਦੀ ਹੈ ਤਾਂ ਗੁਰੂ ਸਾਹਿਬ ਦੇ ਪੈਰੀ ਡਿੱਗ ਜਾਂਦਾ ਹੈ ਅਤੇ ਆਪਣੇ ਕੀਤਿਆਂ ਦੀ ਮਾਫੀ ਮੰਗਦਾ ਹੈ। ਗੁਰੂ ਨਾਨਕ ਸਾਹਿਬ ਉਸ ਨੂੰ ਠੱਗ ਵਾਲੀ ਬਿਰਤੀ ਛੱਡ ਕੇ ਸੱਚਮੁੱਚ ਸੱਜਣ ਬਣਨ ਲਈ ਕਹਿੰਦੇ ਹਨ। ਇਸ ਤੋਂ ਬਾਅਦ ਉਹ ਸੱਚਮੁੱਚ ਦਾ ਸੱਜਣ ਬਣਦਾ ਹੈ। ਉਸਨੇ ਜੋ ਵੀ ਧਨ ਦੌਲਤ ਇਕੱਠੀ ਕੀਤੀ ਹੁੰਦੀ ਹੈ ਉਸ ਨੂੰ ਲੰਗਰ ਲਗਾ ਕੇ ਗਰੀਬਾਂ ਦੀ ਮਦਦ ਕਰਕੇ ਵਰਤੋਂ ਕਰਦਾ ਹੈ। ਅੱਗੇ ਚੱਲ ਕੇ ਉਸ ਦੀ ਹਵੇਲੀ ਜੋ ਹੈ ਉਸ ਨੂੰ ਸਿੱਖ ਧਰਮ ਦੇ ਪ੍ਰਚਾਰ ਲਈ ਪਹਿਲੀ ਧਰਮਸ਼ਾਲਾ ਵਜੋਂ ਬਣਾਇਆ ਜਾਂਦਾ ਹੈ। ਸਿੱਖ ਗੁਰੂ ਸਾਹਿਬਾਨ ਨੇ ਔਰਤਾਂ ਵਾਸਤੇ ਕੀ ਕੀਤਾ? ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਔਰਤਾਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਉਹਨਾਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਫਿਰ ਗੁਰੂ ਨਾਨਕ ਸਾਹਿਬ ਔਰਤਾਂ ਦੇ ਹੱਕ ਵਿੱਚ ਆਏ ਤੇ ਉਹਨਾਂ ਨੇ ਹਾਂ ਦਾ ਨਾਰਾ ਮਾਰਦੇ ਹੋਏ ਸ਼ਬਦ ਉਚਾਰਨ ਕੀਤਾ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਸ ਤੋਂ ਬਾਅਦ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਭਾਵ ਕਿ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨੂੰ ਪਤੀ ਦੀ ਚਿਖਾ ਦੇ ਵਿੱਚ ਜਿਉਂਦਾ ਸਾੜ ਦਿੱਤਾ ਜਾਂਦਾ ਸੀ ਨੂੰ ਬੰਦ ਕਰਕੇ ਵਿਧਵਾ ਵਿਆਹ ਨੂੰ ਵਧਾਵਾ ਦਿੱਤਾ। ਉਹਨਾਂ ਨੇ ਪਰਦਾ ਪ੍ਰਥਾ ਭਾਵ ਕਿ ਘੁੰਡ ਕੱਢ ਕੇ ਰੱਖਣ ਦੀ ਪ੍ਰਥਾ ਨੂੰ ਵੀ ਬੰਦ ਕੀਤਾ। ਉਸ ਸਮੇਂ ਛੋਟੀਆਂ ਬੱਚੀਆਂ ਦੇ ਵਿਆਹ ਕਰ ਦਿੱਤੇ ਜਾਂਦੇ ਸਨ। ਗੁਰੂ ਸਾਹਿਬ ਨੇ ਬਾਲ ਵਿਆਹ ਦੀ ਇਸ ਪ੍ਰਥਾ ਨੂੰ ਵੀ ਬੰਦ ਕੀਤਾ। ਅੱਗੇ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦੇਣ ਵਾਸਤੇ ਜਿੱਥੇ ਮਰਦਾਂ ਨੂੰ ਅੰਮ੍ਰਿਤ ਛਕਾਇਆ, ਉੱਥੇ ਹੀ ਔਰਤਾਂ ਨੂੰ ਵੀ ਖੰਡੇ ਬਾਟੇ ਦੀ ਪਹੁਲ ਬਖਸ਼ੀ। ਜਿਸ ਤੋਂ ਬਾਅਦ ਜਿੱਥੇ ਮਰਦ ਦਸਤਾਰ ਸਜਾ ਸਕਦੇ ਸਨ, ਅੱਜ ਔਰਤਾਂ ਵੀ ਦਸਤਾਰ ਸਜਾਉਂਦੀਆਂ ਹਨ। ਔਰਤਾਂ ਸ਼ਸਤਰ ਧਾਰਨ ਕਰਦੀਆਂ ਹਨ, ਵਾਰਾ ਗਾਉਂਦੀਆਂ ਹਨ, ਕੀਰਤਨ ਕਰਦੀਆਂ ਹਨ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਦੀਆਂ ਹਨ ਅਤੇ ਲੋੜ ਪੈਣ ਤੇ ਰਣ ਵਿੱਚ ਮਾਈ ਭਾਗੋ ਦੀਆਂ ਵਾਰਸ ਬਣ ਕੇ ਖੰਡਾ ਵੀ ਖੜਕਾਉਂਦੀਆਂ ਹਨ। ਬਾਬਾ ਟਲ ਰਾਏ ਜੀ ਉੱਪਰ ਅਕਾਲ ਪੁਰਖ ਦੀ ਇੰਨੀ ਕਿਰਪਾ ਸੀ ਕਿ ਜੋ ਵੀ ਬਚਨ ਕਰਦੇ ਸੱਚ ਹੁੰਦੇ ਸਨ, ਜਿਸ ਕਰਕੇ ਸੰਗਤਾਂ ਉਹਨਾਂ ਨੂੰ ਬਾਬਾ ਜੀ ਕਹਿਣ ਲੱਗ ਪਈ। ਇੱਕ ਵਾਰ ਬਾਬਾ ਟਲ ਰਾਏ ਜੀ ਆਪਣੇ ਹਾਣੀਆਂ ਨਾਲ ਖਿੱਦੋ ਖੁੱਡੀ ਖੇਡ ਰਹੇ ਸਨ ਕਿ ਇੱਕ ਬਾਲ ਮੋਹਨ ਦੇ ਸਿਰ ਮਿੱਟੀ ਆਈ ਜੋ ਉਸਨੇ ਕੱਲ੍ਹ ਦੇਣ ਲਈ ਕਿਹਾ। ਰਾਤ ਸੱਪ ਲੜਨ ਕਰਕੇ ਮੋਹਨ ਦੀ ਮੌਤ ਹੋ ਗਈ। ਜਦੋਂ ਸਵੇਰੇ ਉਹ ਮਿੱਟੀ ਦੇਣ ਲਈ ਨਾ ਪਹੁੰਚਾ ਤਾਂ ਬਾਬਾ ਟਲ ਰਾਏ ਜੀ ਉਸਦੇ ਘਰ ਗਏ। ਉਸਦੇ ਮਾਂ-ਬਾਪ ਨੂੰ ਵਿਰਲਾਪ ਕਰਦਾ ਦੇਖ ਕੇ ਬਾਬਾ ਟਲ ਰਾਏ ਜੀ ਨੇ ਆਪਣੀ ਖੁੰਡੀ ਉਸਦੇ ਗਲ ਵਿੱਚ ਪਾਈ ਤੇ ਕਹਿਣ ਲੱਗੇ, ਉੱਠ ਕੇ ਸਾਡੀ ਮਿੱਟੀ ਦੇ। ਇਹ ਸੁਣ ਕੇ ਮੋਹਨ ਉੱਠ ਕੇ ਬੈਠ ਗਿਆ। ਇਸ ਗੱਲ ਦੇ ਚਰਚੇ ਪੂਰੇ ਅੰਮ੍ਰਿਤਸਰ ਵਿੱਚ ਹੋ ਗਏ। ਜਦੋਂ ਗੁਰੂ ਪਿਤਾ ਹਰਗੋਬਿੰਦ ਸਾਹਿਬ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਬਾਬਾ ਟਲ ਰਾਏ ਜੀ ਨੂੰ ਅਕਾਲ ਤਖ਼ਤ ਤੇ ਪੇਸ਼ ਹੋਣ ਲਈ ਕਿਹਾ। ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਟਲ ਰਾਏ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਅਕਾਲ ਪੁਰਖ ਦੇ ਭਾਣੇ ਨੂੰ ਉਲਟਾਇਆ ਹੈ, ਜਦਕਿ ਸਾਨੂੰ ਅਕਾਲ ਪੁਰਖ ਦੇ ਭਾਣੇ ਨੂੰ ਮੰਨਣਾ ਚਾਹੀਦਾ ਹੈ। ਬਾਬਾ ਟਲ ਰਾਏ ਜੀ ਗੁਰੂ ਪਿਤਾ ਦੀ ਗੱਲ ਨੂੰ ਸਮਝਦੇ ਹੋਏ ਵਾਪਸ ਘਰ ਆ ਗਏ ਅਤੇ ਚਾਦਰ ਤਾਣ ਕੇ ਲੇਟ ਗਏ ਤੇ ਆਪਣੇ ਪ੍ਰਾਣ ਤਿਆਗ ਦਿੱਤੇ। 1685 ਵਿੱਚ ਬਾਬਾ ਟਲ ਰਾਏ ਜੀ ਨੇ 9 ਸਾਲ ਦੀ ਉਮਰ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ। ਜਿਸ ਜਗ੍ਹਾ ਉੱਪਰ ਉਹਨਾਂ ਦੀ ਦੇਹ ਦਾ ਅੰਤਮ ਸੰਸਕਾਰ ਹੋਇਆ ਉਸ ਜਗ੍ਹਾ ਉੱਪਰ 1835 ਵਿੱਚ ਸੰਗਤਾਂ ਨੇ 9 ਮੰਜ਼ਿਲਾ ਗੁਰਦੁਆਰਾ ਬਾਬਾ ਸ਼੍ਰੀ ਅਟਲ ਰਾਏ ਸਾਹਿਬ ਬਣਵਾਇਆ। ਗੁਰੂ ਨਾਨਕ ਸਾਹਿਬ ਨੇ ਭੂਮੀਓ ਚੋਰ ਨਾਲ ਕਿਹੜੇ 3 ਵਚਨ ਕੀਤੇ? ਜਦੋਂ ਭੂਮੀਓ ਚੋਰ ਦਾ ਗੁਰੂ ਨਾਨਕ ਸਾਹਿਬ ਨਾਲ ਮੇਲ ਹੋਇਆ ਤਾਂ ਉਹ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗਾ ਕਿ ਮੈਂ ਚੋਰੀਆਂ ਨਹੀਂ ਛੱਡ ਸਕਦਾ, ਬਾਕੀ ਆਪ ਜੀ ਦੇ ਸਾਰੇ ਵਚਨ ਮੰਨਾਂਗਾ। ਤਾਂ ਗੁਰੂ ਨਾਨਕ ਸਾਹਿਬ ਨੇ ਉਸ ਨੂੰ 3 ਵਚਨ ਮੰਨਣ ਲਈ ਕਿਹਾ। 1, ਤੂੰ ਕਦੀ ਵੀ ਝੂਠ ਨਹੀਂ ਬੋਲੇਂਗਾ, ਤੂੰ ਕਦੀ ਕਿਸੇ ਦਾ ਲੂਣ ਹਰਾਮ ਨਹੀਂ ਕਰੇਂਗਾ ਤੇ ਕਦੀ ਕਿਸੇ ਨਾਲ ਗਰੀਬ ਮਾਰ ਨਹੀਂ ਕਰੇਂਗਾ ਤੇ ਨਾ ਹੀ ਗਰੀਬ ਮਾਰ ਹੁੰਦੀ ਦੇਖ ਕੇ ਜਰੇਂਗਾ। ਅੱਗੇ ਚੱਲ ਕੇ ਭੂਮੀਆ ਚੋਰ ਰਾਜ ਮਹਿਲ ਵਿੱਚ ਚੋਰੀ ਕਰਨ ਲਈ ਜਾਂਦਾ ਹੈ। ਪਹਿਰੇਦਾਰ ਉਸ ਨੂੰ ਪੁੱਛਦਾ ਹੈ ਕਿ ਤੂੰ ਕੌਣ ਹੈ? ਤਾਂ ਭੂਮੀਆ ਚੋਰ ਕਹਿੰਦਾ ਹੈ ਮੈਂ ਚੋਰ ਹਾਂ। ਪਹਿਰੇਦਾਰ ਇਸ ਨੂੰ ਮਜ਼ਾਕ ਵਿੱਚ ਲੈਂਦਾ ਆ ਉਸ ਨੂੰ ਮਹਿਲ 'ਚ ਭੇਜ ਦਿੰਦਾ ਹੈ।
ਭੂਮਿਆ ਚੋਰ ਚੋਰੀ ਦਾ ਸਾਰਾ ਸਮਾਨ ਬੰਨ੍ਹ ਕੇ ਜਦੋਂ ਨਿਕਲਣ ਲੱਗਦਾ ਹੈ ਤਾਂ ਉਸ ਨੂੰ ਚਾਂਦੀ ਦੀ ਡੱਬੀ ਵਿੱਚ ਇੱਕ ਚੂਰਨ ਨਜ਼ਰ ਆਉਂਦਾ ਹੈ। ਜਦੋਂ ਚੱਟ ਕੇ ਦੇਖਦਾ ਹੈ ਤਾਂ ਲੂਣ ਹੁੰਦਾ ਹੈ। ਉਹ ਚੋਰੀ ਦਾ ਸਾਰਾ ਮਾਲ ਉੱਥੇ ਛੱਡ ਕੇ ਚਲਾ ਜਾਂਦਾ ਹੈ। ਰਾਜ ਮਹਿਲ ਵਿੱਚ ਹੋਣ ਵਾਲੀ ਚੋਰੀ ਦਾ ਪਤਾ ਲਾਉਣ ਵਾਸਤੇ ਰਾਜਾ ਗਰੀਬਾਂ ਉੱਪਰ ਜ਼ੁਲਮ ਕਰਨੇ ਸ਼ੁਰੂ ਕਰ ਦਿੰਦਾ ਹੈ ਤਾਂ ਭੂਮਿਆ ਚੋਰ ਇਹ ਨਾ ਦੇਖਦਾ ਹੈ, ਸਾਹਮਣੇ ਆ ਕੇ ਕਬੂਲ ਕਰਦਾ ਹੈ ਕਿ ਚੋਰੀ ਮੈਂ ਕਰਨ ਲੱਗਾ ਸੀ। ਰਾਜਾ ਉਸਦੇ ਜੀਵਨ ਵਿੱਚ ਆਈ ਇਸ ਤਬਦੀਲੀ ਦੀ ਵਜ੍ਹਾ ਪੁੱਛਦਾ ਹੈ ਤਾਂ ਭੂਮਿਆ ਚੋਰ ਕਹਿੰਦਾ ਹੈ ਕਿ ਸਭ ਤਬਦੀਲੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਕਰਕੇ ਆਈ ਹੈ। ਰਾਜਾ ਉਸ ਨੂੰ ਮਾਫ ਕਰਦਾ ਹੈ ਤੇ ਆਪਣਾ ਮੰਤਰੀ ਬਣਾ ਲੈਂਦਾ ਹੈ। ਗੁਟਕਾ ਸਾਹਿਬ ਨੂੰ ਗੁਟਕਾ ਸਾਹਿਬ ਕਿਉਂ ਕਿਹਾ ਜਾਂਦਾ ਹੈ? ਪੰਜਾਬੀ ਭਾਸ਼ਾ ਵਿੱਚ ਗੁਟਕਾ ਸ਼ਬਦ ਦੀ ਵਰਤੋਂ ਕਈ ਜਗ੍ਹਾ ਤੇ ਕੀਤੀ ਜਾਂਦੀ ਹੈ। ਜਿਵੇਂ ਇੱਕ ਤਰ੍ਹਾਂ ਦੇ ਖਾਣ ਵਾਲੇ ਪਦਾਰਥ ਨੂੰ ਗੁਟਕਾ ਕਿਹਾ ਜਾਂਦਾ ਹੈ, ਲੱਕੜ ਦੇ ਇੱਕ ਟੁਕੜੇ ਨੂੰ ਵੀ ਗੁਟਕਾ ਕਿਹਾ ਜਾਂਦਾ ਹੈ। ਤੇ ਫਿਰ ਇਹਨਾਂ ਧਾਰਮਿਕ ਪੋਥੀਆਂ ਵਾਸਤੇ ਗੁਟਕਾ ਸ਼ਬਦ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ? ਜਿਵੇਂ ਨਿਤਨੇਮ ਦਾ ਗੁਟਕਾ, ਜਪਜੀ ਸਾਹਿਬ ਦਾ ਗੁਟਕਾ, ਸੁੰਦਰ ਗੁਟਕਾ ਆਦਿ। ਅਸਲ ਵਿੱਚ ਪੁਰਾਣੇ ਸਮੇਂ ਵਿੱਚ ਜੋਰੀਆਂ ਕੋਲ ਇੱਕ ਡੱਬੀ ਹੋਇਆ ਕਰਦੀ ਸੀ ਜਿਸ ਵਿੱਚ ਉਹ ਕੀਮਤੀ ਹੀਰੇ, ਜਵਾਹਰਾਤ ਜਾਂ ਮੋਤੀ ਰੱਖਿਆ ਕਰਦੇ ਸਨ, ਜੋ ਅੱਜ ਵੀ ਸੁਨਿਆਰਿਆਂ ਕੋਲ ਦੇਖੀ ਜਾ ਸਕਦੀ ਹੈ। ਉਸ ਡੱਬੀ ਤੋਂ ਹੀ ਇਹ ਨਾਮ ਗੁਟਕਾ ਲਿਆ ਗਿਆ ਹੈ। ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਹਨ ਕਿ ਦੁਨਿਆਵੀ ਤੌਰ ਤੇ ਕੀਮਤ ਰੱਖਣ ਵਾਲੇ ਹੀਰੇ ਜਵਾਹਰਾਤਾਂ ਨੂੰ ਜਿਸ ਡੱਬੀ 'ਚ ਰੱਖਿਆ ਜਾਂਦਾ ਹੈ, ਜੇਕਰ ਉਸ ਨੂੰ ਗੁਟਕਾ ਕਿਹਾ ਜਾ ਸਕਦਾ ਹੈ ਤਾਂ ਇਹ ਤਾਂ ਫਿਰ ਵੀ ਅੰਮ੍ਰਿਤ ਬਾਣੀ ਦੇ ਖਜ਼ਾਨੇ 'ਚੋਂ ਲਏ ਗਏ ਸ਼ਬਦ ਹਨ, ਤਾਂ ਫਿਰ ਉਸ ਪੋਥੀ ਨੂੰ ਵੀ ਗੁਟਕਾ ਸਾਹਿਬ ਕਹਿਣਾ ਗਲਤ ਨਹੀਂ ਹੈ। ਇਸ ਤਰ੍ਹਾਂ ਇਹਨਾਂ ਧਾਰਮਿਕ ਪੋਥੀਆਂ ਵਾਸਤੇ ਸਾਡੇ ਕੋਲ ਗੁਟਕਾ ਸਾਹਿਬ ਸ਼ਬਦ ਹੋਂਦ ਵਿੱਚ ਆਇਆ। ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਉਦਾਸੀ ਦੌਰਾਨ ਛੱਤੀਸਗੜ੍ਹ ਦੇ ਅਮਰਕੰਟਕ ਇਲਾਕੇ ਵਿੱਚ ਪਹੁੰਚੇ। ਉਹ ਇੱਕ ਮੰਦਿਰ ਦੇ ਬਾਹਰ ਆ ਕੇ ਰੁਕੇ। ਇੱਥੋਂ ਦੇ ਪਾਂਧੇ ਨੇ ਇੱਕ ਗੱਲ ਦਾ ਬਹੁਤ ਪ੍ਰਚਾਰ ਕੀਤਾ ਹੋਇਆ ਸੀ ਕਿ ਅਸਮਾਨੀ ਬਿਜਲੀ ਤੇ ਬੱਦਲ ਬਹੁਤ ਸ਼ਕਤੀਸ਼ਾਲੀ ਹੁੰਦੇ ਹਨ, ਸਾਨੂੰ ਇਹਨਾਂ ਦੀ ਪੂਜਾ ਕਰਨੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਮੰਦਿਰ ਦੇ ਕੋਲ ਹੀ ਇੱਕ ਉੱਚੀ ਜਗ੍ਹਾ ਉੱਤੇ ਬੈਠ ਗਏ ਤੇ ਸ਼ਬਦ ਗਾਇਨ ਸ਼ੁਰੂ ਕੀਤਾ। ਆਪਣਾ ਆਪ ਸਾਜ ਆਪ ਪਛਾਣਿਆ, ਅੰਬਰ ਧਰਤ ਵਿਛੋੜ ਚੰਦੋਆ ਤਾਣਿਆ, ਅੰਗ 1279। ਗੁਰੂ ਸਾਹਿਬ ਉਹਨਾਂ ਨੂੰ ਸਮਝਾਉਣ ਲੱਗੇ ਕਿ ਇਸ ਸਾਰੀ ਕੁਦਰਤ ਦਾ ਕਰਨਹਾਰ ਉਹ ਆਪ ਕਰਤਾਰ ਹੈ। ਇਹ ਧਰਤੀ, ਸੂਰਜ, ਚੰਦ, ਤਾਰੇ, ਅੰਬਰ ਸਾਰਾ ਕੁਝ ਉਸ ਦੇ ਹੁਕਮ ਦੇ ਅੰਦਰ ਹੈ। ਇਹ ਸੁਣ ਕੇ ਪਾਂਧੇ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਗੁਰੂ ਸਾਹਿਬ ਉਸ ਨੂੰ ਸਮਝਾਉਣ ਲੱਗੇ ਕਿ ਬਿਜਲੀ ਦੀ ਲਿਸ਼ਕ ਅਤੇ ਬੱਦਲਾਂ ਦੀ ਗਰਜਣਾ ਇਹ ਸਭ ਕੁਝ ਪਰਮਾਤਮਾ ਦੇ ਹੁਕਮ ਦੇ ਅੰਦਰ ਹੈ। ਇਹ ਕੁਦਰਤ ਦਾ ਇੱਕ ਹਿੱਸਾ ਹਨ, ਇਸ ਨੂੰ ਪਰਮਾਤਮਾ ਨਹੀਂ ਕਿਹਾ ਜਾ ਸਕਦਾ। ਪਹਿਲਾਂ ਤਾਂ ਪਾਂਧੇ ਨੇ ਗੁਰੂ ਸਾਹਿਬ ਦਾ ਵਿਰੋਧ ਕੀਤਾ, ਪਰ ਬਾਅਦ ਵਿੱਚ ਗੁਰੂ ਸਾਹਿਬ ਦੀਆਂ ਦਲੀਲਾਂ ਅਤੇ ਉਹਨਾਂ ਦੇ ਪਿਆਰ ਅੱਗੇ ਪਾਂਧੇ ਨੇ ਸੀਸ ਨਿਵਾ ਦਿੱਤਾ। ਜਦੋਂ ਇਸ ਗੱਲ ਦਾ ਪਤਾ ਉੱਥੋਂ ਦੇ ਰਾਜੇ ਮੈਨਪਾਲ ਨੂੰ ਪਤਾ ਲੱਗਾ ਤਾਂ ਉਹ ਵੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਿਆ। ਅੱਜ ਇਸ ਜਗ੍ਹਾ ਉੱਤੇ ਗੁਰਦੁਆਰਾ ਗੁਰੂ ਨਾਨਕ ਅਮਰਕੰਟਕ ਬਣਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜਦੋਂ ਅਮਰਨਾਥ ਗਏ, ਅਮਰਨਾਥ ਉਹ ਜਗ੍ਹਾ ਹੈ ਜਿੱਥੇ ਹਰ ਸਾਲ ਬਰਫ਼ ਤੋਂ ਇੱਕ ਸ਼ਿਵਲਿੰਗ ਬਣਦਾ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਉੱਥੋਂ ਦੇ ਬ੍ਰਾਹਮਣਾਂ ਨੇ ਪ੍ਰਯਾਗ ਤੇ ਬਨਾਰਸ ਵਾਂਗ ਇੱਥੇ ਵੀ ਇੱਕ ਅਫਵਾਹ ਫੈਲਾਈ ਹੋਈ ਸੀ ਕਿ ਜੋ ਵੀ ਇਸ ਜਗ੍ਹਾ ਤੇ ਆਪਣੇ ਪ੍ਰਾਣ ਤਿਆਗੇਗਾ ਉਹ ਸ਼ਿਵਪੁਰੀ ਜਾਏਗਾ, ਜਿਸ ਕਰਕੇ ਬਹੁਤ ਸਾਰੇ ਲੋਕ ਸ਼ਿਵ ਜੀ ਦੇ ਇਸ ਸਥਾਨ ਤੇ ਆ ਕੇ ਆਪਣਾ ਸਾਰਾ ਧਨ ਬ੍ਰਾਹਮਣਾਂ ਨੂੰ ਦਾਨ ਕਰਕੇ ਬਰਫ਼ ਤੇ ਲੇਟ ਕੇ ਤੜਫ ਕੇ ਆਪਣੇ ਜੀਵਨ ਲੀਲਾ ਨੂੰ ਸਮਾਪਤ ਕਰ ਰਹੇ ਸਨ। ਗੁਰੂ ਨਾਨਕ ਸਾਹਿਬ ਇਸ ਜਗ੍ਹਾ ਤੇ ਪਹੁੰਚਦੇ ਹਨ ਤੇ ਇੱਕ ਜਗ੍ਹਾ ਤੇ ਬੈਠ ਕੇ ਸ਼ਬਦ ਗਾਇਨ ਸ਼ੁਰੂ ਕਰ ਦਿੰਦੇ ਹਨ, ਜਿਸ ਨੂੰ ਸੁਣ ਕੇ ਬਹੁਤ ਸਾਰੇ ਲੋਕ ਤੇ ਬ੍ਰਾਹਮਣ ਗੁਰੂ ਨਾਨਕ ਸਾਹਿਬ ਕੋਲ ਪਹੁੰਚਦੇ ਹਨ। ਗੁਰੂ ਨਾਨਕ ਸਾਹਿਬ ਉਹਨਾਂ ਨੂੰ ਸਮਝਾਉਣ ਲੱਗੇ ਕਿ ਆਪਣੇ ਜੀਵਨ ਇਸ ਤਰ੍ਹਾਂ ਖਤਮ ਕਰ ਲੈਣਾ ਆਤਮਘਾਤ ਹੈ, ਜੋ ਉਸ ਪਰਮਾਤਮਾ ਦੇ ਨਿਯਮਾਂ ਦੇ ਬਿਲਕੁਲ ਉਲਟ ਹੈ। ਸਗੋਂ ਸਾਨੂੰ ਪਰਮਾਤਮਾ ਵੱਲੋਂ ਬਖਸ਼ਿਸ਼ ਵਿੱਚ ਮਿਲੇ ਇਸ ਅਨਮੋਲ ਜੀਵਨ ਨੂੰ ਮਨੁੱਖਤਾ ਦੀ ਸੇਵਾ ਵਿੱਚ ਉਸ ਪਰਮਾਤਮਾ ਨੂੰ ਯਾਦ ਕਰਦੇ ਹੋਏ ਬਤੀਤ ਕਰਕੇ ਸਫਲ ਕਰਨਾ ਚਾਹੀਦਾ ਹੈ। ਉੱਥੇ ਜੁੜੇ ਹੋਏ ਸਾਰੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੇ ਇਹਨਾਂ ਬਚਨਾਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਸੁਣਿਆ ਤੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਚਨ ਦਿੱਤਾ। ਗੁਰੂ ਨਾਨਕ ਸਾਹਿਬ ਦੇ ਇਸ ਉਪਦੇਸ਼ ਤੋਂ ਬਾਅਦ ਇਸ ਜਗ੍ਹਾ ਉੱਤੇ ਆਤਮਘਾਤ ਕਰਨ ਦੀ ਰੀਤ ਸਦਾ ਲਈ ਬੰਦ ਹੋ ਗਈ। ਗੁਰਦੁਆਰਾ ਦਾਤਣ ਸਾਹਿਬ ਦਾ ਇਤਿਹਾਸ। ਗੁਰੂ ਨਾਨਕ ਸਾਹਿਬ ਆਪਣੀਆਂ ਯਾਤਰਾਵਾਂ ਨੂੰ ਪੂਰਾ ਕਰਦੇ ਹੋਏ ਜਦੋਂ ਲੇਹ ਲਦਾਖ ਪਹੁੰਚੇ ਤਾਂ ਉਸ ਵੇਲੇ ਇਹ ਬਹੁਤ ਰੇਤਲਾ ਇਲਾਕਾ ਸੀ, ਦੂਰ ਦੂਰ ਤੱਕ ਕਿਤੇ ਵੀ ਕੋਈ ਰੁੱਖ ਨਹੀਂ ਸੀ ਨਜ਼ਰ ਆਉਂਦਾ। ਗੁਰੂ ਨਾਨਕ ਸਾਹਿਬ ਨੇ ਆਪਣੇ ਪੱਲੇ ਬੰਨੀ ਹੋਈ ਮਿਸਵਾਕ ਰੁੱਖ ਦੇ ਦਾਤਣ ਕੱਢੀ ਤੇ ਉਸ ਨੂੰ ਕਰਕੇ ਸੁੱਟ ਦਿੱਤਾ। ਇਹ ਦਾਤਣ ਉੱਗ ਪਈ ਤੇ ਅੱਜ ਵੀ ਇਹ ਬਹੁਤ ਵੱਡੇ ਰੁੱਖ ਦੇ ਰੂਪ ਵਿੱਚ ਮੌਜੂਦ ਹੈ, ਜਿੱਥੇ ਅੱਜ ਗੁਰਦੁਆਰਾ ਦਾਤਣ ਸਾਹਿਬ ਬਣਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਜਦੋਂ ਢਾਕਾ ਪਹੁੰਚੇ, ਜੋ ਅੱਜਕੱਲ੍ਹ ਬੰਗਲਾਦੇਸ਼ ਦੀ ਰਾਜਧਾਨੀ ਹੈ, ਉਸ ਵੇਲੇ ਉੱਥੇ ਤੰਤਰ ਮੰਤਰ ਵਿੱਦਿਆ ਦਾ ਕਾਫੀ ਜ਼ੋਰ ਸੀ। ਉੱਥੋਂ ਦੇ ਰਹਿਣ ਵਾਲੇ ਤਾਂਤਰਿਕ ਦੁਰਗਾ ਦੀ ਪੂਜਾ ਕਰਦੇ ਸਨ ਅਤੇ ਉਸ ਨੂੰ ਖੁਸ਼ ਕਰਨ ਵਾਸਤੇ ਚੇਤ ਮਹੀਨੇ ਵਿੱਚ ਝੋਟੇ ਦੀ ਬਲੀ ਵੀ ਦਿਆ ਕਰਦੇ ਸਨ ਅਤੇ ਉੱਥੋਂ ਦੇ ਲੋਕ ਤਾਂਤਰਿਕਾਂ ਨੂੰ ਸ਼ਰਾਬ ਭੇਟ ਕਰਦੇ ਸਨ। ਗੁਰੂ ਨਾਨਕ ਸਾਹਿਬ ਨੇ ਉੱਥੋਂ ਦੇ ਪ੍ਰਸਿੱਧ ਤਾਂਤਰਿਕਾਂ ਨੂੰ ਜਿਵੇਂ ਰੀਵਾ ਦਾਸ, ਚੰਦਨ ਦਾਸ, ਨਰਾਇਣ ਦਾਸ, ਸ਼ੇਖ ਅਹਿਮਦ ਆਦਿ ਨਾਲ ਮਿਲ ਕੇ ਧਰਮ ਚਰਚਾ ਕੀਤੀ। ਉਹਨਾਂ ਨੇ ਉਹਨਾਂ ਨੂੰ ਸਮਝਾਇਆ ਕਿ ਸਾਰੇ ਮਨੁੱਖਾਂ ਅਤੇ ਦੇਵੀ ਦੇਵਤਿਆਂ ਨੂੰ ਪੈਦਾ ਕਰਨ ਵਾਲਾ ਉਹ ਇੱਕ ਅਕਾਲ ਪੁਰਖ ਹੈ। ਸਾਨੂੰ ਉਹਨਾਂ ਤੰਤਰਾਂ ਮੰਤਰਾਂ ਨੂੰ ਛੱਡ ਕੇ ਉਸ ਅਕਾਲ ਪੁਰਖ ਦੀ ਪੂਜਾ ਕਰਨੀ ਚਾਹੀਦੀ ਹੈ। ਉਸ ਨੂੰ ਖੁਸ਼ ਕਰਨ ਵਾਸਤੇ ਕਿਸੇ ਵੀ ਬਲੀ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਨਾ ਹੀ ਉਹ ਤੰਤਰਾਂ ਮੰਤਰਾਂ ਨਾਲ ਖੁਸ਼ ਹੁੰਦਾ ਹੈ। ਗੁਰੂ ਸਾਹਿਬ ਦੀਆਂ ਇਹਨਾਂ ਗੱਲਾਂ ਦਾ ਉਹਨਾਂ ਤਾਂਤਰਿਕਾਂ ਉੱਪਰ ਬਹੁਤ ਡੂੰਘਾ ਪ੍ਰਭਾਵ ਪਿਆ। ਉਹ ਤੰਤਰਾਂ ਮੰਤਰਾਂ ਨੂੰ ਛੱਡ ਕੇ ਗੁਰਮਤਿ ਦੇ ਅਨੁਯਾਈ ਹੋ ਗਏ। ਗੁਰੂ ਸਾਹਿਬ ਨੇ ਉਸ ਸਮੇਂ ਇੱਥੇ ਇੱਕ ਖੂਹ ਵੀ ਪਟਵਾਇਆ। ਅੱਗੇ ਚੱਲ ਕੇ ਇਸ ਜਗ੍ਹਾ ਉੱਤੇ 6ਵੀਂ ਪਾਤਸ਼ਾਹੀ ਨੇ ਉਚਰਨ ਪਾਏ। ਅੱਜ ਸਰਕਾਰ ਨੇ ਇੱਥੇ ਗੁਰਦੁਆਰਾ ਸਾਹਿਬ ਦੇ ਨਾਲ ਢਾਕਾ ਯੂਨੀਵਰਸਿਟੀ ਬਣਵਾਈ ਹੋਈ ਹੈ। ਆਪਣੀ ਦੂਜੀ ਉਦਾਸੀ ਨੂੰ ਖਤਮ ਕਰਕੇ ਗੁਰੂ ਨਾਨਕ ਸਾਹਿਬ ਜਦੋਂ ਆਪਣੇ ਪਿੰਡ ਸਾਬੋ ਕੀ ਤਲਵੰਡੀ ਵਿਖੇ ਪਹੁੰਚੇ ਤਾਂ ਉਹਨਾਂ ਦੇ ਮਾਤਾ ਪਿਤਾ ਤੇ ਉਹਨਾਂ ਦੇ ਚਾਚਾ ਜੀ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਉਸ ਸਮੇਂ ਉਹਨਾਂ ਦੇ ਪਿਤਾ ਜੀ ਦੀ ਉਮਰ 75 ਸਾਲ ਤੇ ਮਾਤਾ ਜੀ ਦੀ ਉਮਰ 70 ਸਾਲ ਦੇ ਕਰੀਬ ਸੀ। ਗੁਰੂ ਨਾਨਕ ਸਾਹਿਬ ਨੇ ਆਪਣੀ ਹੁਣ ਤੱਕ ਦੀ ਉਦਾਸੀ ਦੀਆਂ ਸਾਰੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਤੇ ਬੀਬੇ ਨਾਨਕੀ ਤੇ ਆਪਣੇ ਭਾਈਆ ਜੈ ਰਾਮ ਜੀ ਦੀ ਵੀ ਖੈਰ ਸੁੱਖ ਪੁੱਛੀ। ਉਧਰ ਦੂਜੇ ਪਾਸੇ ਭਾਈ ਮਰਦਾਨਾ ਜੀ ਵੀ ਜਦੋਂ ਆਪਣੇ ਪਰਿਵਾਰ 'ਚ ਗਏ ਤਾਂ ਉਹਨਾਂ ਦਾ ਪਰਿਵਾਰ ਵੀ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ। ਭਾਈ ਮਰਦਾਨਾ ਜੀ ਨੇ ਆਪਣੇ ਪੋਤਰੇ ਨੂੰ ਬਹੁਤ ਲਾਡ ਕੀਤਾ ਤੇ ਆਪਣੇ ਹੁਣ ਤੱਕ ਦੀਆਂ ਯਾਤਰਾਵਾਂ ਬਾਰੇ ਵੀ ਦੱਸਿਆ। ਉਹਨਾਂ ਨੇ ਦੱਸਿਆ ਕਿ ਕਿਵੇਂ ਵੱਡੇ ਵੱਡੇ ਹੰਕਾਰੀ ਗੁਰੂ ਨਾਨਕ ਸਾਹਿਬ ਦੇ ਚਰਨੀ ਡਿੱਗ ਪੈਂਦੇ ਸਨ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਈ ਵਾਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ
ਮੌਤ ਦੇ ਮੂੰਹ ਚੋਂ ਕੱਢਿਆ ਹੈ। ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਪਿੰਡ ਪੱਖੋਂ ਜਾ ਕੇ ਆਪਣੇ ਸਹੁਰਾ ਪਰਿਵਾਰ ਨੂੰ ਮਿਲੇ, ਆਪਣੇ ਪਰਿਵਾਰ ਨੂੰ ਮਿਲੇ, ਮਾਤਾ ਸੁਲੱਖਣੀ ਜੀ ਤੇ ਬਾਬਾ ਲਖਮੀ ਦਾਸ ਜੀ ਨੂੰ ਮਿਲੇ। ਗੁਰੂ ਨਾਨਕ ਸਾਹਿਬ ਨੇ ਆਪਣੀ ਦੂਜੀ ਉਦਾਸੀ ਤੋਂ ਬਾਅਦ ਹੀ ਕਰਤਾਰਪੁਰ ਨੂੰ ਵਸਾਇਆ ਤੇ ਆਪਣੇ ਪਰਿਵਾਰ ਤੇ ਆਪਣੇ ਮਾਤਾ ਪਿਤਾ ਦੇ ਪਰਿਵਾਰ ਦੇ ਰਹਿਣ ਦਾ ਪ੍ਰਬੰਧ ਕੀਤਾ। ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਤੁਸੀਂ ਵੀ ਸੱਦਾ ਭੇਜ ਕੇ ਆਪਣੇ ਪਰਿਵਾਰ ਨੂੰ ਇੱਥੇ ਹੀ ਰਹਿਣ ਲਈ ਬੁਲਾ ਲਓ। ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਇੱਥੇ ਥੋੜ੍ਹਾ ਸਮਾਂ ਰੁਕੇ ਤੇ ਭਾਈ ਮਰਦਾਨਾ ਜੀ ਨੂੰ ਲੈ ਕੇ ਆਪਣੀ ਤੀਜੀ ਉਦਾਸੀ ਵਾਸਤੇ ਨਿਕਲ ਗਏ।